ਤੁਸੀਂ ਸੁਣ ਰਹੇ ਹੋ ਮੈਕਸਿਮ ਗੋਰਕੀ ਦੀ ਕਿਤਾਬ ਮਾਂ ਦਾ ਪਹਿਲਾ ਅੰਕ। ਹਰ ਰੋਜ਼ ਕਾਰਖਾਨੇ ਦੀ ਸੀਟੀ ਕਿਰਤੀਆਂ ਦੀ ਬਸਤੀ ਦੀ ਧੁਆਖੀ ਥਿੰਦੀ ਹਵਾ ਵਿੱਚ ਕੰਬਦੀ ਹੋਈ ਚੀਕਦੀ ਅਤੇ ਇਹਦੇ ਬੁਲਾਵੇ ਦੀ ਤਾਬਿਆ ਗੁਸੈਲੇ ਲੋਕ ਜਿਨ੍ਹਾਂ ਦੇ ਅੰਗਾਂ ਨੂੰ ਹਜੇ ਨੀਂਦ ਨੇ ਨਰੋਆ ਨਹੀਂ ਸੀ ਕੀਤਾ, ਆਪਣੇ ਨਿੱਕੇ ਭੂਰੇ ਮਕਾਨਾਂ ਵਿੱਚੋਂ ਡਰੇ ਹੋਏ ਕਾਕਰੋਚਾਂ ਵਾਂਗ ਰਿੜ੍ਹਦੇ ਹੋਏ ਬਾਹਰ ਆਉਂਦੇ। ਉਹ ਠੰਡੇ ਹਨੇਰੇ ਵਿੱਚ ਕੱਚੀ ਸੜਕ ਉੱਤੇ ਕਾਰਖਾਨੇ ਦੀਆਂ ਉੱਚੀਆਂ ਪਥਰੀਲੀਆਂ ਕੋਠੜੀਆਂ ਵੱਲ ਟੁਰ ਪੈਂਦੇ, ਜਿਹੜੀਆਂ ਸੀਤ ਪ੍ਰਸੰਨਤਾ ਨਾਲ ਉਹਨਾਂ ਦੀ ਉਡੀਕ ਕਰ ਰਹੀਆਂ ਹੁੰਦੀਆਂ ਅਤੇ ਜਿਨ੍ਹਾਂ ਦੀਆਂ ਦਰਜਨਾਂ ਚੁਕੋਰ ਥਿੰਦੀਆਂ ਅੱਖਾਂ ਸੜਕ ਉੱਤੇ ਲੌ ਕਰ ਰਹੀਆਂ ਹੁੰਦੀਆਂ। ਉਹਨਾਂ ਦੇ ਪੈਰਾਂ ਹੇਠ ਚਿੱਕੜ ਪਿਚ-ਪਿਚ ਕਰਦਾ। ਉਹ ਬੈਠੀਆਂ ਨਿੰਦਰਾਵਲੀਆਂ ਆਵਾਜ਼ਾਂ ਵਿੱਚ ਉੱਚੀ-ਉੱਚੀ ਬੋਲਦੇ ਅਤੇ ਕੋਝੀਆਂ ਗੱਲਾਂ ਹਵਾ ਦੇ ਲੰਗਾਰ ਲਾ ਦਿੰਦੀਆਂ ਅਤੇ ਹੋਰ ਆਵਾਜ਼ਾਂ ਤਰਦੀਆਂ ਹੋਈਆਂ ਇਹਨਾਂ ਵਿੱਚ ਮਿਲਣ ਲਈ ਆਉਂਦੀਆਂ। ਮਸ਼ੀਨਾਂ ਦੀ ਭਾਰੀ ਕੂਕਰ ਅਤੇ ਭਾਫ ਦੀ ਛਾਂ-ਛਾਂ, ਉੱਚੀਆਂ ਕਾਲੀਆਂ ਚਿਮਨੀਆਂ ਕਰੜੀਆਂ ਅਤੇ ਉਦਾਸ ਮੋਟੀਆਂ ਮੌਤਹਰਾਂ ਵਾਂਗ ਬਸਤੀ ਉੱਤੇ ਪਲਮਦੀਆਂ। ਅਤੇ ਸ਼ਾਮ ਨੂੰ ਜਦੋਂ ਡੁੱਬਦੇ ਸੂਰਜ ਦੀਆਂ ਲਾਲ ਕਿਰਨਾਂ ਘਰਾਂ ਦੀਆਂ ਬਾਰੀਆਂ ਤੋਂ ਥੱਕੀਆਂ ਹੋਈਆਂ ਪਰਤਦੀਆਂ ਤਾਂ ਕਾਰਖਾਨਾ ਆਪਣੀਆਂ ਪੱਥਰ ਦੀਆਂ ਅੰਦਰਾਂ ਵਿੱਚੋਂ ਲੋਕਾਂ ਨੂੰ ਇਉਂ ਉਗਲਦਾ ਜਿਵੇਂ ਉਹ ਬਸ ਥੋੜ੍ਹਾ ਜਿਹਾ ਮਨੂਰ ਹੋਣ ਅਤੇ ਉਹ ਇੱਕ ਵਾਰ ਫਿਰ ਸੜਕ ਦੀ ਚੜ੍ਹਾਈ ਚੜ੍ਹਨ ਲੱਗ ਪੈਂਦੇ। ਗੰਦੇ ਕਲਮੂਹੇ ਉਹਨਾਂ ਦੇ ਭੁੱਖੇ ਦੰਦ ਲਿਸ਼ਕਦੇ। ਉਹਨਾਂ ਦੇ ਪਿੰਡਿਆਂ ਵਿੱਚੋਂ ਮਸ਼ੀਨਾਂ ਦੇ ਤੇਲ ਦੀ ਚਿਪਚਿਪੀ ਹਵਾੜ ਉੱਠਦੀ। ਹੁਣ ਉਹਨਾਂ ਦੀਆਂ ਆਵਾਜ਼ਾਂ ਛੋਲੀਆਂ ਇੱਥੋਂ ਤੱਕ ਕਿ ਖੁਸ਼ ਸਨ, ਕਿਉਂਕਿ ਇੱਕ ਹੋਰ ਦਿਨ ਦਾ ਹੱਡ ਭੰਨ ਕੰਮ ਮੁੱਕ ਗਿਆ ਸੀ ਅਤੇ ਘਰਾਂ ਵਿੱਚ ਖਾਣਾ ਅਤੇ ਆਰਾਮ ਉਹਨਾਂ ਦੀ ਉਡੀਕ ਕਰ ਰਹੇ ਸਨ। ਦਿਨ ਕਾਰਖਾਨੇ ਨੇ ਹੜੱਪ ਲਿਆ ਸੀ, ਜਿਸ ਦੀਆਂ ਮਸ਼ੀਨਾਂ ਕਿਰਤੀਆਂ ਦੇ ਬਲ ਦਾ ਉਹਨਾਂ ਹਿੱਸਾ ਚੂਸ ਲੈਂਦੀਆਂ ਜਿੰਨੇ ਦੀ ਉਹਨਾਂ ਨੂੰ ਲੋੜ ਹੁੰਦੀ। ਦਿਨ ਕੱਟ ਦਿੱਤਾ ਗਿਆ ਸੀ, ਬਿਨਾਂ ਕੋਈ ਨਿਸ਼ਾਨ ਛੱਡੇ, ਅਤੇ ਮਨੁੱਖ ਆਪਣੀ ਕਬਰ ਵੱਲ ਇੱਕ ਪੈਰ ਹੋਰ ਅੱਗੇ ਵਧ ਗਿਆ ਸੀ। ਪਰ ਹੁਣ ਉਹ ਆਰਾਮ ਅਤੇ ਇੱਕ ਧੂੰ ਭਰੇ ਸ਼ਰਾਬਖਾਨੇ ਬਾਰੇ ਸੋਚ ਰਿਹਾ ਸੀ ਅਤੇ ਸੰਤੁਸ਼ਟ ਸੀ। ਐਤਵਾਰ ਨੂੰ ਅਤੇ ਛੁੱਟੀਆਂ ਦੇ ਦਿਨੀਂ ਲੋਕ 10 ਵਜੇ ਤੱਕ ਸੌਂਦੇ ਅਤੇ ਫਿਰ ਸਾਊ ਵਿਆਹੇ ਲੋਕ ਆਪਣੇ ਸਭ ਤੋਂ ਚੰਗੇ ਕੱਪੜੇ ਪਾਉਂਦੇ ਅਤੇ ਜਵਾਨਾਂ ਨੂੰ ਧਰਮ ਵੱਲ ਉਹਨਾਂ ਦੀ ਅਣਗਹਿਲੀ ਲਈ ਕੋਸਦੇ ਸਵੇਰ ਦੀ ਦੁਆ ਲਈ ਗਿਰਜੇ ਜਾਂਦੇ। ਦੁਆ ਪਿੱਛੋਂ ਉਹ ਘਰ ਮੁੜਦੇ, ਪਿਰੋਗੀ ਖਾਂਦੇ ਅਤੇ ਫਿਰ ਸ਼ਾਮ ਤੱਕ ਸੌਂਦੇ। ਵਰ੍ਹਿਆਂ ਤੋਂ ਇਕੱਠੇ ਹੋਏ ਥਕੇਵੇਂ ਨੇ ਉਹਨਾਂ ਦੀਆਂ ਭੁੱਖਾਂ ਨੂੰ ਖੁੰਡਾ ਕਰ ਦਿੱਤਾ ਸੀ ਅਤੇ ਉਹ ਬਹੁਤ ਪੀ ਕੇ ਉਹਨਾਂ ਨੂੰ ਚਮਕਾਉਂਦੇ। ਵੋਦਕਾ ਦੇ ਡੰਗ ਨਾਲ ਉਹ ਆਪਣੇ ਢਿੱਡਾਂ ਨੂੰ ਟੁੰਬਦੇ। ਸ਼ਾਮੀ ਉਹ ਅਲਸਾਏ ਹੋਏ ਸੜਕਾਂ ਉੱਤੇ ਟਹਿਲਦੇ। ਜਿਨ੍ਹਾਂ ਕੋਲ ਗਾਲੋਸ਼ੇ ਹੁੰਦੇ ਉਹ ਉਦੋਂ ਵੀ ਪਹਿਨ ਲੈਂਦੇ ਜਦੋਂ ਭੌਂ ਸੁੱਕੀ ਹੁੰਦੀ ਅਤੇ ਜਿਨ੍ਹਾਂ ਕੋਲ ਛਤਰੀਆਂ ਸਨ ਉਹ ਉਦੋਂ ਵੀ ਚੁੱਕੀ ਫਿਰਦੇ ਜਦੋਂ ਅਸਮਾਨ ਖਰਾ ਹੁੰਦਾ। ਦੋਸਤ ਮਿੱਤਰ ਮਿਲਦੇ ਤਾਂ ਉਹ ਉਹਨਾਂ ਨਾਲ ਕਾਰਖਾਨੇ ਦੀਆਂ ਮਸ਼ੀਨਾਂ ਦੀਆਂ ਅਤੇ ਆਪਣੇ ਆਪਣੇ ਫੋਰਮੈਨਾਂ ਦੀਆਂ ਗੱਲਾਂ ਕਰਦੇ। ਉਹ ਕਦੀ ਅਜਿਹੀ ਗੱਲ ਨਾ ਸੋਚਦੇ ਜਾਂ ਉਸ ਬਾਰੇ ਗੱਲ ਨਾ ਕਰਦੇ ਜਿਸ ਦਾ ਉਹਨਾਂ ਦੇ ਕੰਮ ਨਾਲ ਸਬੰਧ ਨਾ ਹੋਵੇ। ਉਹਨਾਂ ਦੀ ਜ਼ਿੰਦਗੀ ਦੇ ਰੁੱਖੇ ਅਕੇਵੇਂ ਵਿੱਚ ਕਦੀ-ਕਦੀ ਲਿੱਸੜ ਥਿੜਕਦੀਆਂ ਸੋਚਾਂ ਦੀਆਂ ਚਿੰਗਿਆੜੀਆਂ ਲਿਸ਼ਕਦੀਆਂ। ਜਦੋਂ ਮਰਦ ਘਰ ਮੁੜਦੇ ਤਾਂ ਉਹ ਆਪਣੀਆਂ ਘਰਵਾਲੀਆਂ ਨਾਲ ਖੈਬੜਦੇ ਅਤੇ ਅਕਸਰ ਆਪਣੇ ਮੁੱਕੇ ਦੁੱਖਣ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੂੰ ਕੁੱਟਦੇ। ਜਵਾਨ ਲੋਕ ਸ਼ਰਾਬਖਾਨੇ ਜਾਂ ਆਪਣੇ ਮਿੱਤਰਾਂ ਦੇ ਘਰੀ ਜਾਂਦੇ, ਜਿੱਥੇ ਉਹ ਅਕੋਰਡੀਅਨ ਵਜਾਉਂਦੇ, ਫੱਕੜ ਗੰਦੇ ਗੀਤ ਸੁਣਦੇ, ਨੱਚਦੇ, ਗਾਲਾਂ ਕੱਢਦੇ ਅਤੇ ਪੀਂਦੇ। ਹੱਡ ਭੰਨ ਕੰਮ ਕਰਦੇ ਉਹ ਹੁੱਟੇ ਹੋਏ ਤਾਂ ਹੁੰਦੇ ਹੀ ਸਨ। ਸ਼ਰਾਬ ਛੇਤੀ ਹੀ ਉਹਨਾਂ ਦੇ ਸਿਰਾਂ ਤੇ ਸਵਾਰ ਹੋ ਜਾਂਦੀ ਅਤੇ ਕੋਈ ਸਮਝ ਨਾ ਆਉਣ ਵਾਲੀ ਚੁਭਣ ਉਹਨਾਂ ਦੀਆਂ ਛਾਤੀਆਂ ਵਿੱਚ ਰੜਕਦੀ ਬਾਹਰ ਨਿਕਲਣ ਲਈ ਉਤਾਵਲੀ। ਅਤੇ ਇਸ ਲਈ ਉਹ ਆਪਣੀਆਂ ਭਾਵਨਾਵਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਦੂਜੇ ਉੱਤੇ ਹੈਸ਼ਿਆਰੀ ਵਹਿਸ਼ਤ ਨਾਲ ਟੁੱਟ ਪੈਣ ਦੇ ਕਿਸੇ ਮੌਕੇ ਨੂੰ ਹੱਥੋਂ ਨਾ ਜਾਣ ਦਿੰਦੇ। ਨਤੀਜਾ ਹੁੰਦਾ ਖੂਨੀ ਲੜਾਈਆਂ। ਕਈ ਵਾਰ ਉਹਨਾਂ ਦਾ ਅੰਤ ਕਿਸੇ ਦੇ ਸਖਤ ਫੱਟੜ ਹੋਣ ਨਾਲ ਹੁੰਦਾ ਅਤੇ ਕਦੀ-ਕਦੀ ਕੋਈ ਮਾਰਿਆ ਜਾਂਦਾ। ਉਹਨਾਂ ਦੇ ਮਨੁੱਖੀ ਰਿਸ਼ਤਿਆਂ ਉੱਤੇ ਦੁਸ਼ਮਣੀ ਦੀ ਇੱਕ ਸ਼ੈੜੀ ਭਾਵਨਾ ਭਾਰੂ ਸੀ, ਇੱਕ ਅਜਿਹੀ ਭਾਵਨਾ ਜਿਹੜੀ ਓਨੀ ਹੀ ਪੁਰਾਣੀ ਸੀ ਜਿੰਨਾ ਉਹਨਾਂ ਦੇ ਅੰਗਾਂ ਦਾ ਲਾ ਇਲਾਜ ਥਕੇਵਾਂ। ਰੂਹ ਦਾ ਇਹ ਰੋਗ
ਲੋਕ ਆਪਣੇ ਪਿਓਆਂ ਤੋਂ ਵਿਰਸੇ ਵਿੱਚ ਲੈ ਕੇ ਜੰਮਦੇ ਅਤੇ ਕਿਸੇ ਕਾਲੇ ਪਰਛਾਵੇਂ ਵਾਂਗ ਇਹ ਐਨ ਕਬਰ ਤੱਕ ਉਹਨਾਂ ਦੇ ਅੰਗ ਸੰਗ ਰਹਿੰਦਾ, ਉਹਨਾਂ ਤੋਂ ਅਜਿਹੀਆਂ ਹਰਕਤਾਂ ਕਰਵਾਉਂਦਾ ਜਿਹੜੀਆਂ ਆਪਣੀ ਬੇਅਰਥ ਨਿਰਦੈਤਾ ਕਾਰਨ ਘਿਨਾਉਣੀਆਂ ਹੁੰਦੀਆਂ। ਐਤਵਾਰਾਂ ਨੂੰ ਜਵਾਨ ਲੋਕ ਬਹੁਤ ਰਾਤ ਗਏ ਘਰ ਮੁੜਦੇ, ਪਾਟੇ ਕੱਪੜੇ ਮਿੱਟੀ ਅਤੇ ਚਿੱਕੜ ਨਾਲ ਲਿਬੜੇ, ਅੱਖਾਂ ਦੁਆਲੇ ਨੀਲ ਅਤੇ ਨੱਕ ਲਹੂ ਲੁਹਾਨ। ਕਈ ਵਾਰ ਉਹ ਬੜੇ ਖੋਰੀ ਢੰਗ ਨਾਲ ਉਹਨਾਂ ਸੱਟਾਂ ਦੀਆਂ ਫੜਾਂ ਮਾਰਦੇ ਜਿਹੜੀਆਂ ਉਹਨਾਂ ਆਪਣੇ ਮਿੱਤਰਾਂ ਨੂੰ ਲਾਈਆਂ ਹੁੰਦੀਆਂ। ਕਈ ਵਾਰ ਆਪਣੀ ਬੇਇੱਜ਼ਤੀ ਤੇ ਬਿਸੁੰਗਰ ਦੇ ਗੁੱਸੇ ਵਿੱਚ ਗਰਜਦੇ ਜਾਂ ਰੋਂਦੇ। ਉਹਨਾਂ ਨੂੰ ਚੜੀ ਹੁੰਦੀ ਅਤੇ ਉਹ ਤਰਸਯੋਗ, ਦੁਖੀ ਅਤੇ ਘ੍ਰਿਣਿਤ ਹੁੰਦੇ। ਕਦੀ-ਕਦੀ ਮਾਵਾਂ ਜਾਂ ਪਿਓਆਂ ਨੂੰ ਆਪਣੇ ਪੁੱਤਰ ਕਿਸੇ ਜੰਗਲੇ ਦੀ ਛਾਵੇਂ ਜਾਂ ਸ਼ਰਾਬਖਾਨੇ ਦੇ ਫਰਸ਼ ਉੱਤੇ ਚੁਫਾਲ ਧੁੱਤ ਪਏ ਹੋਏ ਮਿਲਦੇ। ਵਡੇਰੇ ਉਹਨਾਂ ਨੂੰ ਗੰਦੀਆਂ ਗਾਲਾਂ ਕੱਢਦੇ, ਉਹਨਾਂ ਦੇ ਵੋਦਕਾ ਬਰੀਲੇ ਸਰੀਰਾਂ ਨੂੰ ਘਸੁੰਨ ਮਾਰਦੇ, ਉਹਨਾਂ ਨੂੰ ਘਰ ਲਿਆਉਂਦੇ ਅਤੇ ਕੁਝ ਫਿਕਰਮੰਦੀ ਨਾਲ ਉਹਨਾਂ ਨੂੰ ਸੁਵਾ ਦਿੰਦੇ। ਬਸ ਸਵੇਰੇ ਉਸ ਸਮੇਂ ਜਗਾ ਦੇਣ ਲਈ ਜਦੋਂ ਪੌ ਫਟਾਲੇ ਵਿੱਚੋਂ ਸੀਟੀ ਦੀ ਚੀਕ ਹਨੇਰੇ ਵਹਿਣ ਵਾਂਗ ਆਉਂਦੀ, ਉਹ ਆਪਣੇ ਬੱਚਿਆਂ ਨੂੰ ਗਾਲਾਂ ਕੱਢਦੇ ਅਤੇ ਉਹਨਾਂ ਨੂੰ ਬੇਕਿਰਕੀ ਨਾਲ ਕੁੱਟਦੇ। ਪਰ ਜਵਾਨ ਲੋਕਾਂ ਦਾ ਲੜਨਾ ਅਤੇ ਪੀਣਾ ਸੁਭਾਵਿਕ ਗੱਲ ਸਮਝੀ ਜਾਂਦੀ ਸੀ। ਜਦੋਂ ਪਿਓ ਜਵਾਨ ਸਨ ਤਾਂ ਉਹ ਵੀ ਲੜਦੇ ਤੇ ਪੀਂਦੇ ਅਤੇ ਆਪਣੀ ਵਾਰੀ ਉਹਨਾਂ ਦੇ ਮਾਵਾਂ ਅਤੇ ਪਿਓਆਂ ਨੇ ਉਹਨਾਂ ਨੂੰ ਕੁੱਟਿਆ ਸੀ। ਜ਼ਿੰਦਗੀ ਸਦਾ ਇਹੋ ਜਿਹੀ ਰਹੀ ਸੀ। ਇਹ ਹੌਲੀ-ਹੌਲੀ ਅਤੇ ਇਕਸਾਰ ਇੱਕ ਤੋਂ ਪਿੱਛੇ ਦੂਜੇ ਵਰੇ ਇੱਕ ਗੰਧਲੀ ਨਦੀ ਵਾਂਗ ਵਹਿੰਦੀ ਰਹਿੰਦੀ ਸੀ ਅਤੇ ਸਭ ਕੁਝ ਨਿੱਤ ਦਿਹਾੜੇ ਹਰ ਗੱਲ ਬਾਰੇ ਉਸੇ ਤਰ੍ਹਾਂ ਸੋਚਣ ਅਤੇ ਅਮਲ ਕਰਨ ਦੀਆਂ ਡੂੰਘੀਆਂ ਆਦਤਾਂ ਨਾਲ ਬੰਨਿਆ ਹੋਇਆ ਸੀ ਅਤੇ ਕਿਸੇ ਵਿੱਚ ਇਹਨੂੰ ਤਬਦੀਲ ਕਰਨ ਦੀ ਕੋਈ ਇੱਛਾ ਨਹੀਂ ਸੀ। ਕਦੀ-ਕਦੀ ਨਵੇਂ ਲੋਕ ਕਾਰਖਾਨੇ ਦੀ ਬਸਤੀ ਵਿੱਚ ਵਸਣ ਲਈ ਆਉਂਦੇ। ਪਹਿਲਾਂ ਉਹ ਬਸ ਇਸ ਲਈ ਧਿਆਨ ਖਿੱਚਦੇ ਕਿ ਉਹ ਨਵੇਂ ਆਏ ਸਨ। ਫਿਰ ਉਹਨਾਂ ਥਾਵਾਂ ਸੰਬੰਧੀ ਉਹਨਾਂ ਦੇ ਬਿਰਤਾਂਤਾਂ ਕਾਰਨ ਜਿੱਥੇ ਉਹਨਾਂ ਕੰਮ ਕੀਤਾ ਸੀ ਉਹਨਾਂ ਵਿੱਚ ਓਪਰੀ ਜਿਹੀ ਦਿਲਚਸਪੀ ਬਣੀ ਰਹਿੰਦੀ, ਪਰ ਛੇਤੀ ਹੀ ਨਵੀਨਤਾ ਮੁੱਕ ਜਾਂਦੀ। ਲੋਕ ਉਹਨਾਂ ਦੇ ਆਦੀ ਹੋ ਜਾਂਦੇ ਅਤੇ ਉਹਨਾਂ ਵੱਲ ਧਿਆਨ ਦੇਣਾ ਬੰਦ ਕਰ ਦਿੰਦੇ। ਨਵੇਂ ਆਏ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਕਿਰਤੀ ਲੋਕਾਂ ਦੀ ਜ਼ਿੰਦਗੀ ਹਰ ਥਾਂ ਇੱਕੋ ਜਿਹੀ ਸੀ। ਜੇ ਇਹ ਸੱਚ ਸੀ ਤਾਂ ਕਰਨ ਵਾਲੀ ਗੱਲ ਹੀ ਕਿਹੜੀ ਸੀ। ਪਰ ਕੁਝ ਨਵੇਂ ਆਏ ਲੋਕ ਅਜਿਹੀਆਂ ਗੱਲਾਂ ਕਰਦੇ ਜਿਹੜੀਆਂ ਬਸਤੀ ਲਈ ਨਵੀਆਂ ਸਨ। ਉਹਨਾਂ ਨਾਲ ਕੋਈ ਬਹਿਸ ਨਾ ਕਰਦਾ, ਪਰ ਉਹਨਾਂ ਦੀ ਗੱਲ ਸ਼ੱਕੀ ਢੰਗ ਨਾਲ ਸੁਣੀ ਜਾਂਦੀ। ਕੁਝ ਇੱਕ ਨੂੰ ਉਹਨਾਂ ਦੀਆਂ ਗੱਲਾਂ ਤੇ ਅੰਨੀ ਖਿਝ ਚੜ ਜਾਂਦੀ, ਹੋਰਨਾਂ ਨੂੰ ਅਸਪਸ਼ਟ ਜਿਹਾ ਤੌਖਲਾ ਲੱਗ ਜਾਂਦਾ ਅਤੇ ਕਈ ਹੋਰ ਆਸ ਦੇ ਧੁੰਦਲੇ ਜਿਹੇ ਪਰਛਾਵੇਂ ਕਾਰਨ ਪਰੇਸ਼ਾਨ ਹੋ ਜਾਂਦੇ। ਅਤੇ ਇਹ ਗੱਲ ਜ਼ਿੰਦਗੀ ਨੂੰ ਕੇਵਲ ਹੋਰ ਗੁੰਝਲਦਾਰ ਬਣਾਉਣ ਵਾਲੇ ਤੌਖਲਿਆਂ ਨੂੰ ਦੂਰ ਕਰਨ ਲਈ ਉਹਨਾਂ ਨੂੰ ਹੋਰ ਜ਼ਿਆਦਾ ਪੀਣ ਤੇ ਮਜਬੂਰ ਕਰਦੀ। ਜੇ ਉਹਨਾਂ ਨੂੰ ਕਿਸੇ ਨਵੇਂ ਆਏ ਬਾਰੇ ਕੋਈ ਗੱਲ ਅਸਾਧਾਰਨ ਦਿਸਦੀ ਤਾਂ ਬਸਤੀ ਦੇ ਲੋਕ ਇਹ ਗੱਲ ਉਹਦੇ ਵਿਰੁੱਧ ਪੱਲੇ ਬੰਨ੍ਹ ਲੈਂਦੇ ਅਤੇ ਉਹ ਹਰ ਉਸ ਮਨੁੱਖ ਵੱਲੋਂ ਅਚੇਤ ਢੰਗ ਨਾਲ ਸੋਗਵਾਨ ਰਹਿੰਦੇ ਜਿਹੜਾ ਉਹਨਾਂ ਜਿਹਾ ਨਹੀਂ ਸੀ। ਇਉਂ ਜਾਪਦਾ ਸੀ ਕਿ ਉਹ ਇਸ ਗੱਲੋਂ ਡਰਦੇ ਸਨ ਕਿ ਉਹਨਾਂ ਦੀਆਂ ਜ਼ਿੰਦਗੀਆਂ ਦੀ ਅਕਾਊ ਇਕਸਾਰਤਾ ਵਿੱਚ ਵਿਘਨ ਪਾ ਦੇਵੇਗਾ, ਜਿਹੜੀ ਭਾਵੇਂ ਕਰੜੀ ਸੀ ਪਰ ਘੱਟੋ ਘੱਟ ਗੜਬੜ ਤੋਂ ਬਿਨਾਂ ਸੀ। ਲੋਕ ਇਸ ਗੱਲ ਦੇ ਆਦੀ ਸਨ ਕਿ ਜ਼ਿੰਦਗੀ ਹਰ ਸਮੇਂ ਉਹਨਾਂ ਉੱਤੇ ਇੱਕੋ ਜਿਹੇ ਦਬਾਅ ਨਾਲ ਬੋਝ ਪਾਏ ਅਤੇ ਕਿਉਂਕਿ ਉਹਨਾਂ ਸਾਹਮਣੇ ਛੁਟਕਾਰੇ ਦੀ ਕੋਈ ਆਸ ਨਹੀਂ ਸੀ, ਉਹਨਾਂ ਨੂੰ ਨਿਸ਼ਚਾ ਸੀ ਕਿ ਹਰ ਤਬਦੀਲੀ ਉਹਨਾਂ ਦੀਆਂ ਮੁਸੀਬਤਾਂ ਵਿੱਚ ਵਾਧਾ ਹੀ ਕਰੇਗੀ। ਕਿਰਤੀ ਲੋਕ ਚੁੱਪਚਾਪ ਉਸ ਬੰਦੇ ਤੋਂ ਕੰਨੀ ਕਤਰਾਉਂਦੇ ਜਿਹੜਾ ਨਵੇਂ ਵਿਚਾਰਾਂ ਦੀ ਗੱਲ ਕਰਦਾ, ਸੋ ਨਵੇਂ ਆਏ ਲੋਕ ਅਕਸਰ ਉੱਥੋਂ ਚਲੇ ਜਾਂਦੇ। ਜਿਹੜੇ ਕਦੇ ਕਦਾਈ ਉੱਥੇ ਟਿਕ ਜਾਂਦੇ ਉਹ ਜਾਂ ਤਾਂ ਆਪਣੇ ਸਾਥੀਆਂ ਜਿਹੇ ਹੋ ਜਾਂਦੇ ਜਾਂ ਇਕੱਲ ਵਾਂਝੇ ਰਹਿਣ ਲੱਗ ਪੈਂਦੇ। ਅਜਿਹੀ ਜ਼ਿੰਦਗੀ ਦੇ ਲਗਭਗ 50 ਵਰ੍ਹਿਆਂ ਪਿੱਛੋਂ ਇੱਕ ਮਨੁੱਖ ਮਰ ਗਿਆ। ਅੰਕ ਦੂਜਾ। ਅਜਿਹਾ ਸੀ ਮਿਖਾਇਲ ਵਲਾਸੋਵ ਦਾ ਜੀਵਨ, ਜਿਹੜਾ ਗਮਰੁੱਠ ਜੱਤਲ ਮਿਸਤਰੀ ਸੀ ਜਿਸ ਦੀਆਂ ਨਿੱਕੀਆਂ-ਨਿੱਕੀਆਂ ਅੱਖਾਂ ਸੰਘਣੇ ਭਰਵੱਟਿਆਂ ਹੇਠੋਂ ਸ਼ੱਕ ਅਤੇ ਨਾਮਿਹਰਬਾਨ ਮੁਸਕਾਨ ਨਾਲ ਘੂਰਦੀਆਂ। ਉਹ ਕਾਰਖਾਨੇ ਵਿੱਚ ਸਭ ਤੋਂ ਚੰਗਾ ਮਿਸਤਰੀ ਅਤੇ ਬਸਤੀ ਵਿੱਚ ਸਭ ਤੋਂ ਤਕੜਾ ਬੰਦਾ ਸੀ, ਪਰ ਉਹ ਆਪਣੇ ਤੋਂ ਉੱਚਿਆਂ ਨਾਲ ਅੜਬ ਢੰਗ ਨਾਲ ਪੇਸ਼ ਆਉਂਦਾ ਅਤੇ ਇਸੇ ਕਾਰਨ ਉਸਦੀ ਕਮਾਈ ਥੋੜ੍ਹੀ ਸੀ।
ਹਰ ਛੁੱਟੀ ਦੇ ਦਿਨ ਉਹ ਕਿਸੇ ਨਾ ਕਿਸੇ ਨੂੰ ਕੁੱਟਦਾ ਅਤੇ ਇਸੇ ਲਈ ਸਭੇ ਉਹਨੂੰ ਮੰਦਾ ਜਾਣਦੇ ਸਨ ਅਤੇ ਉਹਦੇ ਤੋਂ ਡਰਦੇ ਸਨ। ਉਹਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਦਾ ਹਰ ਯਤਨ ਵਿਅਰਥ ਸਾਬਿਤ ਹੁੰਦਾ। ਜਿਉਂ ਹੀ ਵਲਾਸੋਵ ਲੋਕਾਂ ਨੂੰ ਆਪਣੇ ਵੱਲ ਆਉਂਦੇ ਵੇਖਦਾ, ਉਹ ਪੱਥਰ ਜਾਂ ਫੱਟਾ ਜਾਂ ਸਰੀਆ ਚੁੱਕ ਲੈਂਦਾ, ਆਪਣੇ ਪੈਰ ਪਸਾਰ ਕੇ ਖੜਾ ਹੋ ਜਾਂਦਾ ਅਤੇ ਚੁੱਪਚਾਪ ਦੁਸ਼ਮਣ ਦੀ ਉਡੀਕ ਕਰਨ ਲੱਗਦਾ। ਉਹਦੀਆਂ ਜੱਤਲ ਬਾਹਾਂ ਅਤੇ ਉਹਦੇ ਅੱਖਾਂ ਤੋਂ ਲੈ ਕੇ ਗਰਦਨ ਤੱਕ ਕਾਲੀ ਦਾੜੀ ਨਾਲ ਕੱਜੇ ਮੂੰਹ ਉੱਤੇ ਇੱਕ ਨਜ਼ਰ ਹੀ ਕਿਸੇ ਨੂੰ ਡਰਾਉਣ ਲਈ ਕਾਫੀ ਸੀ। ਪਰ ਲੋਕ ਉਹਦੀਆਂ ਅੱਖਾਂ ਤੋਂ ਖਾਸ ਤੌਰ ਤੇ ਡਰਦੇ, ਨਿੱਕੀਆਂ ਅਤੇ ਤਿੱਖੀਆਂ। ਉਹ ਮਨੁੱਖ ਵਿੱਚ ਅਸਪਾਤੀ ਵਰਮੇ ਵਾਂਗ ਛੇ ਕਰਦੀਆਂ ਜਾਪਦੀਆਂ ਅਤੇ ਜਿਸ ਕਿਸੇ ਉੱਤੇ ਉਹ ਪੈਂਦੀਆਂ, ਉਹਨੂੰ ਜਾਪਦਾ ਕਿ ਉਹ ਕਿਸੇ ਵਹਿਸ਼ੀ ਸ਼ਕਤੀ ਦੇ ਸਨਮੁਖ ਹੈ, ਜਿਹੜੀ ਡਰ ਜਾਂ ਰਹਿਮ ਤੋਂ ਬਿਨਾਂ ਝਪਟਣ ਲਈ ਤਿਆਰ ਹੈ। ਅੱਛਾ ਕੁੱਤੀ ਦੇ ਪੁੱਤਰੋ, ਇੱਥੋਂ ਟੁਰਦੇ ਫਿਰਦੇ ਨਜ਼ਰ ਆਓ, ਉਹ ਖਰਵੀਂ ਆਵਾਜ਼ ਵਿੱਚ ਕਹਿੰਦਾ। ਉਹਦੇ ਵੱਡੇ ਪੀਲੇ ਦੰਦ ਉਹਦੀ ਦਾੜੀ ਵਿੱਚੋਂ ਲਿਸ਼ਕਦੇ ਅਤੇ ਲੋਕ ਜਾਂਦੇ ਜਾਂਦੇ ਗਾਲਾਂ ਦੀ ਇੱਕ ਡਰਪੋਕ ਬਾੜ ਮਾਰਦੇ ਹੋਏ ਸੱਚਮੁੱਚ ਟੁਰਦੇ ਫਿਰਦੇ ਨਜ਼ਰ ਆਉਂਦੇ। ਕੁੱਤੀ ਦੇ ਪੁੱਤਰ, ਉਹ ਉਹਨਾਂ ਦੇ ਪਿੱਛੇ ਲਲਕਾਰਦਾ। ਉਹਦੀਆਂ ਅੱਖਾਂ ਨਾ ਮਿਹਰਬਾਨ ਮੁਸਕਾਨ ਨਾਲ ਕਟਾਰ ਵਾਂਗ ਤਿੱਖੀਆਂ ਹੁੰਦੀਆਂ। ਫਿਰ ਉਹ ਸਿਰ ਪਿੱਛੇ ਸੁੱਟ ਕੇ ਵੰਗਾਰਦਾ ਹੋਇਆ ਉਹਨਾਂ ਦੇ ਪਿੱਛੇ ਟੁਰ ਪੈਂਦਾ। ਆ ਜਾਓ, ਕੌਣ ਮਰਨਾ ਚਾਹੁੰਦਾ ਹੈ? ਕੋਈ ਵੀ ਮਰਨਾ ਨਹੀਂ ਸੀ ਚਾਹੁੰਦਾ। ਉਹ ਘੱਟ ਵੱਧ ਹੀ ਬੋਲਦਾ ਅਤੇ ਕੁੱਤੀ ਦਾ ਪੁੱਤਰ ਉਹਦਾ ਮਨਪਸੰਦ ਵਿਸ਼ਲੇਸ਼ਣ ਸੀ। ਉਹ ਪੁਲਿਸ ਲਈ, ਅਧਿਕਾਰੀਆਂ ਲਈ, ਕਾਰਖਾਨੇ ਵਿੱਚ ਅਫਸਰਾਂ ਲਈ ਇਹ ਵਿਸ਼ੇਸ਼ਣ ਵਰਤਦਾ। ਆਪਣੀ ਘਰਵਾਲੀ ਨੂੰ ਉਹ ਹਮੇਸ਼ਾ ਕੁੱਤੀ ਕਹਿੰਦਾ। ਕੁੱਤੀਏ, ਵੇਖਦੀ ਨਹੀਂ ਮੇਰੀ ਪਤਲੂਨ ਦਾ ਲੰਗਾਰ ਲੈ ਗਿਆ? ਜਦੋਂ ਉਹਦਾ ਪੁੱਤਰ ਪਾਵੇਲ 14 ਵਰ੍ਹਿਆਂ ਦਾ ਸੀ ਤਾਂ ਵਲਾਸੋਵ ਨੇ ਇੱਕ ਵਾਰ ਉਸਨੂੰ ਵਾਲਾਂ ਤੋਂ ਫੜਨ ਦਾ ਯਤਨ ਕੀਤਾ। ਪਾਵੇਲ ਨੇ ਇੱਕ ਵਦਾਨ ਚੁੱਕ ਲਿਆ ਅਤੇ ਖਰਵੀਂ ਸੰਖੇਪ ਗੱਲ ਕੀਤੀ, ਪਰਾਂ ਹਟ ਜਾ। ਕੀ ਕਿਹਾ? ਪਿਓ ਨੇ ਆਪਣੇ ਲੰਮੇ ਛੀਟਕੇ ਪੁੱਤਰ ਵੱਲ ਉਸੇ ਤਰ੍ਹਾਂ ਆਰਾਮ ਨਾਲ ਵਧਦੇ ਹੋਏ ਕਿਹਾ, ਜਿਵੇਂ ਕਿਸੇ ਬੱਦਲ ਦਾ ਪਰਛਾਵਾਂ ਬਰਚੇ ਦੇ ਰੁੱਖ ਵੱਲ ਤੈਰਦਾ ਆਉਂਦਾ ਹੈ। ਬਹੁਤ ਹੋ ਗਈ, ਪਾਵੇਲ ਨੇ ਕਿਹਾ। ਹੁਣ ਮੈਂ ਹੋਰ ਨਹੀਂ ਸਹਿਣਾ, ਅਤੇ ਉਹਨੇ ਵਦਾਨ ਉਲਾਰਿਆ। ਉਹਦੇ ਪਿਓ ਨੇ ਉਹਦੇ ਵੱਲ ਇੱਕ ਵਾਰ ਵੇਖਿਆ ਅਤੇ ਆਪਣੇ ਜੱਤਲ ਹੱਥ ਪਿੱਛੇ ਕਰ ਲਏ। ਬਹੁਤ ਅੱਛਾ, ਉਹਨੇ ਨਿੱਕੀ ਜਿਹੀ ਹਾਸੀ ਹੱਸ ਕੇ ਕਿਹਾ। ਫਿਰ ਡੂੰਘਾ ਸਾਹ ਲੈ ਕੇ ਬੋਲਿਆ, ਤੂੰ ਸੱਚਮੁੱਚ ਕੁੱਤੀ ਦਾ ਪੁੱਤਰ ਏ। ਉਸ ਤੋਂ ਕੁਝ ਕੁ ਪਿੱਛੋਂ ਉਹਨੇ ਆਪਣੀ ਘਰਵਾਲੀ ਨੂੰ ਕਿਹਾ, ਹੁਣ ਮੇਥੋਂ ਪੈਸੇ ਨਾ ਮੰਗੀ, ਹੁਣ ਤੋਂ ਪਾਵੇਲ ਤੈਨੂੰ ਖਰਚਾ ਦੇਵੇਗਾ ਤੇ ਮੇਰਾ ਖਿਆਲ ਇਹ ਹੈ ਤੂੰ ਆਪਣੀ ਸਾਰੀ ਕਮਾਈ ਪੀ ਕੇ ਉਡਾ ਛੱਡੇਗਾ। ਉਹਨੇ ਪਰਤਵਾਂ ਜਵਾਬ ਦੇਣ ਦੀ ਹਿੰਮਤ ਕੀਤੀ। ਕੁੱਤੀਏ, ਤੈਨੂੰ ਇਹਦੇ ਨਾਲ ਕੀ? ਜੇ ਮੇਰਾ ਜੀ ਕੀਤਾ ਤਾਂ ਮੈਂ ਕੋਈ ਕੁੜੀ ਲੈ ਆਵਾਂਗਾ। ਉਹਨੇ ਕੁੜੀ ਤਾਂ ਨਾ ਲਿਆਂਦੀ, ਪਰ ਉਸ ਦਿਨ ਤੋਂ ਪਿੱਛੋਂ ਲਗਭਗ 2 ਵਰ੍ਹੇ ਬਾਅਦ ਆਪਣੀ ਮੌਤ ਤੱਕ ਉਹਨੇ ਆਪਣੇ ਪੁੱਤਰ ਵੱਲ ਉੱਕਾ ਹੀ ਧਿਆਨ ਨਾ ਦਿੱਤਾ ਅਤੇ ਉਹਦੇ ਨਾਲ ਗੱਲ ਤੱਕ ਨਾ ਕੀਤੀ। ਉਹਦਾ ਇੱਕ ਕੁੱਤਾ ਸੀ ਜਿਹੜਾ ਉਹਦੇ ਵਾਂਗ ਹੀ ਵੱਡਾ ਅਤੇ ਜੱਤਲ ਸੀ। ਉਹ ਸਵੇਰੇ ਉਹਦੇ ਪਿੱਛੇ ਪਿੱਛੇ ਕਾਰਖਾਨੇ ਤੱਕ ਜਾਂਦਾ ਅਤੇ ਹਰ ਸ਼ਾਮ ਗੇਟ ਉੱਤੇ ਉਹਨੂੰ ਉਡੀਕਦਾ। ਵਲਾਸੋਵ ਆਪਣੀਆਂ ਛੁੱਟੀਆਂ ਇੱਕ ਸ਼ਰਾਬਖਾਨੇ ਤੋਂ ਦੂਜੇ ਸ਼ਰਾਬਖਾਨੇ ਜਾਂਦੇ ਬਿਤਾਉਂਦਾ। ਉਹ ਬਿਨਾਂ ਬੋਲਿਆਂ ਜਾਂਦਾ, ਲੋਕਾਂ ਦੇ ਮੂੰਹਾਂ ਨੂੰ ਆਪਣੀਆਂ ਅੱਖਾਂ ਨਾਲ ਝਰੀਟਦਾ ਜਿਵੇਂ ਕਿਸੇ ਨੂੰ ਲੱਭ ਰਿਹਾ ਹੋਵੇ, ਅਤੇ ਕੁੱਤਾ ਸਾਰਾ ਦਿਨ ਆਪਣੇ ਮਾਲਕ ਦੇ ਪਿੱਛੇ ਆਪਣੀ ਮੋਟੀ ਪੂਛ ਘਸੀਟੀ ਫਿਰਦਾ। ਜਦੋਂ ਗੁੱਟ ਹੋਇਆ ਵਲਾਸੋਵ ਘਰ ਆਉਂਦਾ ਅਤੇ ਰਾਤ ਦਾ ਖਾਣਾ ਖਾਣ ਲਈ ਬਹਿ ਜਾਂਦਾ ਤਾਂ ਉਹ ਆਪਣੇ ਕਟੋਰੇ ਵਿੱਚੋਂ ਕੁੱਤੇ ਨੂੰ ਖਾਣ ਨੂੰ ਦਿੰਦਾ। ਉਹ ਕੁੱਤੇ ਨੂੰ ਕਦੀ ਗਾਲ ਨਾ ਕੱਢਦਾ ਅਤੇ ਨਾ ਹੀ ਕੁੱਟਦਾ, ਪਰ ਉਹ ਉਸਨੂੰ ਪੁਚਕਾਰਦਾ ਵੀ ਨਾ। ਰਾਤ ਦੇ ਖਾਣੇ ਤੋਂ ਪਿੱਛੋਂ ਜੇ ਉਹਦੀ ਘਰਵਾਲੀ ਮੇਜ਼ ਸਾਫ਼ ਕਰਨ ਵਿੱਚ ਢਿੱਲ ਕਰਦੀ ਤਾਂ ਉਹ ਪਲੇਟਾਂ ਫਰਸ਼ ਉੱਤੇ ਸੁੱਟ ਦਿੰਦਾ। ਫਿਰ ਉਹ ਵੋਦਕਾ ਦੀ ਬੋਤਲ ਆਪਣੇ ਸਾਹਮਣੇ ਰੱਖਦਾ, ਕੰਧ ਨਾਲ ਢੋ ਲਾ ਲੈਂਦਾ, ਅੱਖਾਂ ਬੰਦ ਕਰ ਲੈਂਦਾ, ਆਪਣਾ ਮੂੰਹ ਟੱਟਦਾ ਅਤੇ ਇੱਕ ਸੋਗੀ ਗੀਤ ਦਾ ਵਿਰਲਾਪ ਕਰਨ ਲੱਗ ਪੈਂਦਾ। ਸੋਗੀ ਕੋਝੀਆਂ ਆਵਾਜ਼ਾਂ ਉਹਦੀਆਂ ਮੁੱਛਾਂ ਵਿੱਚ ਉਲਝ ਜਾਂਦੀਆਂ, ਉਹਨਾਂ ਵਿੱਚੋਂ ਡਬਲ ਰੋਟੀ ਦੇ ਭੋਰੇ ਬਾਹਰ ਕੱਢਦੀਆਂ। ਗਾਉਂਦਾ ਹੋਇਆ ਮਿਸਤਰੀ ਆਪਣੀ ਦਾੜੀ ਅਤੇ ਮੁੱਛਾਂ ਨੂੰ ਆਪਣੀਆਂ ਮੋਟੀਆਂ ਉਂਗਲਾਂ ਨਾਲ ਪਲੋਸਦਾ। ਉਹਦੇ ਗੀਤ ਦੇ ਬੋਲ ਅਸਪਸ਼ਟ ਅਤੇ ਖਿਲਰੇ ਹੋਏ ਹੁੰਦੇ ਅਤੇ ਇਹਦੀ ਲੈਅ ਸਿਆਲ ਵਿੱਚ ਬਘਿਆੜਾਂ ਦੇ ਚੀਕਣ ਦੀ ਆਵਾਜ਼ ਦਵਾਉਂਦੀ।
ਜਿੰਨਾ ਚਿਰ ਵੋਦਕਾ ਨਾ ਮੁੱਕਦੀ ਉਹ ਗਾਈ ਜਾਂਦਾ। ਫਿਰ ਬੈਂਚ ਉੱਤੇ ਡਿੱਗ ਜਾਂਦਾ ਜਾਂ ਆਪਣਾ ਸਿਰ ਮੇਜ਼ ਉੱਤੇ ਟਿਕਾ ਕੇ ਸੌਂ ਜਾਂਦਾ ਅਤੇ ਸੀਟੀ ਵੱਜਣ ਤੱਕ ਸੁੱਤਾ ਰਹਿੰਦਾ। ਕੁੱਤਾ ਉਹਦੇ ਕੋਲ ਪਿਆ ਰਹਿੰਦਾ। ਉਹ ਅੰਦਰ ਫਟ ਜਾਣ ਨਾਲ ਮਰਿਆ। 5 ਦਿਨ ਉਹ ਬਿਸਤਰੇ ਉੱਤੇ ਪਿਆ ਤੜਫਦਾ ਰਿਹਾ, ਮੂੰਹ ਕਾਲਾ ਪਿਆ, ਅੱਖਾਂ ਬੰਦ, ਦੰਦ ਕਰੀਚਦਾ। ਕਦੀ ਕਦੀ ਉਹ ਆਪਣੀ ਘਰਵਾਲੀ ਨੂੰ ਕਹਿੰਦਾ, ਮੈਨੂੰ ਕੁਝ ਸੰਖੀਆਂ ਦੇ, ਮੈਨੂੰ ਜ਼ਹਿਰ ਦੇ ਦੇ। ਡਾਕਟਰ ਨੇ ਪੁਲਟਸ ਬੰਨਣ ਦੀ ਹਦਾਇਤ ਕੀਤੀ, ਪਰ ਨਾਲ ਹੀ ਕਿਹਾ ਕਿ ਮਿਖਾਇਲ ਦਾ ਆਪਰੇਸ਼ਨ ਹੋਣਾ ਚਾਹੀਦਾ ਹੈ ਤੇ ਉਹਨੂੰ ਉਸੇ ਹੀ ਦਿਨ ਹਸਪਤਾਲ ਲਿਜਾਇਆ ਜਾਣਾ ਚਾਹੀਦਾ ਹੈ। ਪੈ ਨਰਕਾਂ ਵਿੱਚ, ਮੈਂ ਤੇਰੀ ਮਦਦ ਤੋਂ ਬਿਨਾਂ ਹੀ ਮਰ ਲਵਾਂਗਾ, ਕੁੱਤੀ ਦੇ ਪੁੱਤਰਾ, ਮਿਖਾਇਲ ਨੇ ਹੌਂਕ ਕੇ ਕਿਹਾ। ਜਦੋਂ ਡਾਕਟਰ ਚਲਾ ਗਿਆ ਅਤੇ ਉਹਦੀ ਘਰਵਾਲੀ ਨੇ ਰੋਣ ਹਾਕੀ ਹੋ ਕੇ ਆਪਰੇਸ਼ਨ ਕਰਾਉਣ ਲਈ ਉਹਦੀਆਂ ਮਿੰਨਤਾਂ ਕੀਤੀਆਂ, ਤਾਂ ਉਹਨੇ ਆਪਣਾ ਘਸੁੰਨ ਉਹਦੇ ਵੱਲ ਉਲਾਰਿਆ ਅਤੇ ਬੋਲਿਆ, ਜੇ ਮੈਂ ਵੱਲ ਹੋ ਗਿਆ ਤਾਂ ਤੇਰੀ ਹਾਲਤ ਤਾਂ ਸਗੋਂ ਭੈੜੀ ਹੀ ਹੋਵੇਗੀ। ਉਹ ਸਵੇਰੇ ਮਰਿਆ, ਐਨ ਉਸੇ ਸਮੇਂ ਜਦੋਂ ਸੀਟੀ ਵੱਜ ਰਹੀ ਸੀ। ਉਹ ਤਾਬੂਤ ਵਿੱਚ ਪਿਆ ਸੀ, ਉਹਦਾ ਮੂੰਹ ਖੁੱਲ੍ਹਾ ਸੀ ਅਤੇ ਭਰਵੱਟੇ ਨਾਰਾਜ਼ਗੀ ਭਰੀ ਘੂਰੀ ਨਾਲ ਵੱਟੇ ਹੋਏ ਸਨ। ਉਹਦੀ ਘਰਵਾਲੀ, ਉਹਦੇ ਪੁੱਤਰ, ਉਹਦੇ ਕੁੱਤੇ, ਦਾਨੀਲੋ ਵੇਸਵੋਸਟਕੋਵ, ਇੱਕ ਪੁਰਾਣਾ ਚੋਰ ਜਿਸਨੂੰ ਕਾਰਖਾਨੇ ਵਿੱਚੋਂ ਕੱਢ ਦਿੱਤਾ ਗਿਆ ਸੀ, ਅਤੇ ਬਸਤੀ ਦੇ ਕੁਝ ਮੰਗਤਿਆਂ ਨੇ ਉਹਨੂੰ ਦਫਨਾਇਆ। ਉਹਦੀ ਘਰਵਾਲੀ ਥੋੜਾ ਜਿਹਾ ਅਤੇ ਬਹੁਤ ਚੁੱਪਚਾਪ ਰੋਈ। ਪਾਵੇਲ ਉੱਕਾ ਹੀ ਨਾ ਰੋਇਆ। ਜਿਨ੍ਹਾਂ ਲੋਕਾਂ ਨੇ ਰਾਹ ਵਿੱਚ ਇਸ ਨਿੱਕੇ ਜਿਹੇ ਨੜੋਏ ਨੂੰ ਵੇਖਿਆ, ਉਹ ਰੁਕ ਗਏ ਅਤੇ ਉਹਨੇ ਆਪਣੀਆਂ ਛਾਤੀਆਂ ਉੱਤੇ ਸਲੀਬ ਦਾ ਨਿਸ਼ਾਨ ਬਣਾਇਆ। ਹੁਣ ਉਹ ਮਰ ਗਿਆ ਤਾਂ ਪੈਲਾਗੀਆਂ ਨੂੰ ਤਾਂ ਬਹੁਤ ਖੁਸ਼ੀ ਹੋਈ ਹੋਵੇਗੀ। ਉਹਨੇ ਕਿਹਾ, ਜਿਹੋ ਜਿਹਾ ਕੁੱਤਾ ਸੀ ਉਹੋ ਜਿਹੀ ਮੌਤ ਮਰਿਆ। ਹੋਰ ਨਾ ਕਿਹਾ। ਜਦੋਂ ਤਾਬੂਤ ਦਫਨਾ ਦਿੱਤਾ ਗਿਆ ਤਾਂ ਲੋਕ ਉੱਥੋਂ ਚਲੇ ਗਏ, ਪਰ ਕੁੱਤਾ ਉੱਥੇ ਸੱਜਰੀ ਪੁੱਟੀ ਮਿੱਟੀ ਉੱਤੇ ਬੈਠਾ ਚੁੱਪਚਾਪ ਕਬਰ ਨੂੰ ਸੁੰਘਦਾ ਰਿਹਾ। ਕੁਝ ਦਿਨ ਪਿੱਛੋਂ ਕਿਸੇ ਨੇ ਉਹਨੂੰ ਮਾਰ ਦਿੱਤਾ। ਅੰਕ ਤੀਜਾ। ਪਿਓ ਦੀ ਮੌਤ ਤੋਂ 2 ਹਫ਼ਤੇ ਪਿੱਛੋਂ ਪਾਵੇਲ ਵਲਾਸੋਵ ਗੁੱਟ ਹੋਇਆ ਘਰ ਮੁੜਿਆ। ਉਹ ਲੜਖੜਾਂਦਾ ਹੋਇਆ ਘਰ ਵਿੱਚ ਵੜਿਆ ਅਤੇ ਮੇਜ਼ ਦੇ ਸਿਰਹਾਣੇ ਵੱਲ ਕੁਰਸੀ ਵਿੱਚ ਧਸ ਗਿਆ। ਆਪਣੇ ਪਿਓ ਵਾਂਗ ਫੱਟੇ ਉੱਤੇ ਜ਼ੋਰ ਦਾ ਮੁੱਕਾ ਮਾਰਿਆ ਤੇ ਆਪਣੀ ਮਾਂ ਉੱਤੇ ਚਿਲਾਉਂਦੇ ਹੋਏ ਉਹਨੇ ਕਿਹਾ, ਖਾਣਾ। ਉਹਦੀ ਮਾਂ ਆਪਣੇ ਪੁੱਤਰ ਦੇ ਕੋਲ ਬਹਿ ਗਈ, ਉਹਨੂੰ ਕਲਾਵੇ ਵਿੱਚ ਲੈ ਲਿਆ ਅਤੇ ਉਹਦਾ ਸਿਰ ਖਿੱਚ ਕੇ ਆਪਣੀ ਛਾਤੀ ਨਾਲ ਲਾ ਲਿਆ। ਪਰ ਮਾਂ ਦੇ ਮੋਢੇ ਦਾ ਸਹਾਰਾ ਲੈ ਕੇ ਉਹ ਅੱਗੋਂ ਅੜਿਆ ਤੇ ਉੱਚੀ ਜਿਹੀ ਬੋਲਿਆ, ਚੱਲ ਮਾਂ, ਛੇਤੀ ਕਰ। ਕਮਲਾ ਪੁੱਤਰ, ਉਹਦੀ ਮਾਂ ਨੇ ਉਹਦੇ ਹੱਥ ਪਰੇ ਧੱਕਦੇ ਹੋਏ ਦੁੱਖ ਅਤੇ ਪਿਆਰ ਨਾਲ ਕਿਹਾ, ਤੇ ਮੈਂ ਤੰਬਾਕੂ ਵੀ ਪੀਊਂਗਾ, ਮੈਨੂੰ ਅੱਬਾ ਦੀ ਹੁੱਕੀ ਦੇ ਦੇ। ਪਾਵੇਲ ਆਪਣੀ ਮੋਟੀ ਜੀਭ ਔਖ ਨਾਲ ਹਿਲਾਉਂਦੇ ਹੋਏ ਬੁੜਬੁੜਾਇਆ। ਇਹ ਪਹਿਲੀ ਵਾਰ ਸੀ ਜਦੋਂ ਕਦੀ ਸ਼ਰਾਬੀ ਹੋਇਆ ਸੀ। ਵੋਦਕਾ ਨੇ ਉਹਦਾ ਸਰੀਰ ਕਮਜ਼ੋਰ ਕਰ ਦਿੱਤਾ ਸੀ, ਪਰ ਉਹਦੀ ਚੇਤਨਤਾ ਨੂੰ ਨਹੀਂ ਸੀ ਮਿਟਾਇਆ ਅਤੇ ਉਹਦੇ ਮਨ ਵਿੱਚ ਇਹ ਵਿਚਾਰ ਚੱਕਰ ਕੱਟ ਰਹੇ ਸਨ, ਕੀ ਮੈਂ ਸ਼ਰਾਬੀ ਹਾਂ? ਕੀ ਮੈਂ ਸ਼ਰਾਬੀ ਹਾਂ? ਉਹਦੀ ਮਾਂ ਦੀ ਨਰਮੀ ਨੇ ਉਹਨੂੰ ਔਖਾ ਕਰ ਦਿੱਤਾ ਤੇ ਉਹਦੀਆਂ ਅੱਖਾਂ ਦੇ ਗਮ ਨੇ ਉਹਨੂੰ ਟੁੰਬਿਆ ਸੀ। ਉਹਦਾ ਜੀ ਕੀਤਾ ਉਹ ਫੁੱਟ ਕੇ ਰੋ ਪਵੇ, ਪਰ ਉਹਨੇ ਅਸਲ ਨਾਲੋਂ ਵੱਧ ਸ਼ਰਾਬੀ ਹੋਣ ਦਾ ਸੁਆਂਗ ਕਰਕੇ ਹੰਝੂ ਰੋਕੀ ਰੱਖੇ। ਉਹਦੀ ਮਾਂ ਉਹਦੇ ਗਿੱਲੇ ਉਲਝੇ ਵਾਲਾਂ ਨੂੰ ਪਲੋਸਦੀ ਰਹੀ। ਤੈਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ, ਉਹਨੇ ਬੜੀ ਹਲੀਮੀ ਨਾਲ ਕਿਹਾ। ਉਹਦਾ ਦਿਲ ਘਾਬਰਨ ਲੱਗ ਪਿਆ। ਜ਼ੋਰ ਦੀ ਉਲਟੀ ਪਿੱਛੋਂ ਉਹਦੀ ਮਾਂ ਨੇ ਉਹਨੂੰ ਬਿਸਤਰੇ ਤੇ ਲਟਾ ਦਿੱਤਾ ਤੇ ਉਹਦੇ ਪੀਲੇ ਪਏ ਮੱਥੇ ਉੱਤੇ ਗਿੱਲਾ ਤੌਲੀਆ ਰੱਖ ਦਿੱਤਾ। ਇਸ ਨਾਲ ਉਹਦਾ ਨਸ਼ਾ ਕੁਝ ਘਟਿਆ, ਪਰ ਉਹਦਾ ਸਿਰ ਚੱਕਰ ਖਾਈ ਜਾ ਰਿਹਾ ਸੀ ਅਤੇ ਉਹਦੀਆਂ ਅੱਖਾਂ ਦੇ ਭਾਰੇ ਛੱਪਰ ਉੱਠਦੇ ਨਹੀਂ ਸਨ। ਮੂੰਹ ਵਿੱਚ ਕੌੜੇ ਕਸੈਲੇ ਸਵਾਦ ਨਾਲ ਉਹਨੇ ਮਾਂ ਦੇ ਵੱਡੇ ਮੂੰਹ ਵੱਲ ਵੇਖਿਆ ਤੇ ਉਖੜੇ ਢੰਗ ਨਾਲ ਸੋਚਿਆ, ਸ਼ਾਇਦ ਹਜੇ ਮੈਂ ਛੋਟੀ ਉਮਰ ਦਾ ਹਾਂ। ਹੋਰ ਲੋਕ ਪੀਂਦੇ ਨੇ ਪਰ ਉਹਨਾਂ ਦਾ ਕੁਝ ਨਹੀਂ ਵਿਗੜਦਾ, ਪਰ ਮੈਨੂੰ ਉਲਟੀਆਂ ਆਉਣ ਲੱਗ ਪੈਂਦੀਆਂ ਨੇ। ਕਿਧਰੇ ਦੂਰੋਂ ਮਾਂ ਦੀ ਨਰਮ ਆਵਾਜ਼ ਆਈ, ਜੇ ਤੂੰ ਪੀਣੀ ਸ਼ੁਰੂ ਕਰ ਦਿੱਤੀ ਤਾਂ ਮੈਨੂੰ ਪਾਲੇਗਾ ਕਿਵੇਂ? ਸਾਰੇ ਪੀਂਦੇ ਨੇ, ਉਹਨੇ ਅੱਖਾਂ ਘੁੱਟ ਕੇ ਮੀਚਦੇ ਹੋਏ ਜਵਾਬ ਦਿੱਤਾ। ਉਹਦੀ ਮਾਂ ਨੇ ਹੌਂਕਾ ਭਰਿਆ। ਉਹਦੀ ਗੱਲ ਠੀਕ ਸੀ। ਉਹ ਆਪ ਜਾਣਦੀ ਸੀ ਕਿ ਸ਼ਰਾਬਖਾਨਾ ਇੱਕੋ ਇੱਕ ਥਾਂ ਹੈ ਜਿੱਥੋਂ ਲੋਕ ਸੁੱਖ ਦੇ ਕੁਝ ਤੁਪਕੇ ਨਿਚੋੜ ਸਕਦੇ ਸਨ। ਪਰ ਤੈਨੂੰ ਨਹੀਂ ਪੀਣੀ ਚਾਹੀਦੀ, ਮਾਂ ਨੇ ਕਿਹਾ। ਤੇਰੇ ਪਿਓ ਨੇ ਐਨੀ ਪੀ ਲਈ ਸੀ ਜਿੰਨੀ ਤੁਹਾਡੇ ਦੋਹਾਂ ਦੇ ਹਿੱਸੇ ਨਾਲੋਂ ਚੋਖੀ ਵੱਧ ਸੀ। ਉਹਦੇ ਹੱਥੋਂ ਮੈਂ ਚੋਖੇ ਤਸੀਹੇ ਨਹੀਂ ਸਹਾਰੇ।
ਤੂੰ ਆਪਣੀ ਮਾਂ ਤੇ ਥੋੜਾ ਜਿਹਾ ਤਰਸ ਨਹੀਂ ਕਰ ਸਕਦਾ? ਨਰਮੀ ਨਾਲ ਕਹੀ ਸੋਗੀ ਗੱਲ ਸੁਣਦੇ ਹੋਏ ਪਾਵੇਲ ਨੇ ਮਹਿਸੂਸ ਕੀਤਾ ਕਿ ਆਪਣੇ ਪਿਓ ਦੀ ਜ਼ਿੰਦਗੀ ਵਿੱਚ ਉਹਨੇ ਆਪਣੀ ਮਾਂ ਦੀ ਹੋਂਦ ਵੱਲ ਧਿਆਨ ਤੱਕ ਨਹੀਂ ਸੀ ਦਿੱਤਾ। ਉਹ ਇੰਨੀ ਚੁੱਪ, ਕੁੱਟ ਪੈਣੋਂ ਇੰਨੀ ਡਰਦੀ ਸੀ। ਆਪਣੇ ਪਿਓ ਨੂੰ ਮਿਲਣ ਤੋਂ ਬਚਣ ਲਈ ਉਹ ਵੱਧ ਤੋਂ ਵੱਧ ਸਮਾਂ ਘਰੋਂ ਬਾਹਰ ਰਹਿੰਦਾ ਅਤੇ ਇਸ ਲਈ ਉਹ ਆਪਣੀ ਮਾਂ ਤੋਂ ਦੂਰ ਰਹਿ ਕੇ ਜਵਾਨ ਹੋਇਆ ਸੀ। ਹੁਣ ਜਦੋਂ ਨਸ਼ਾ ਘਟਣਾ ਸ਼ੁਰੂ ਹੋਇਆ ਤਾਂ ਉਹ ਮਾਂ ਵੱਲ ਗੌਰ ਨਾਲ ਵੇਖਣ ਲੱਗ ਪਿਆ। ਉਹ ਉੱਚੀ, ਲੰਮੀ ਅਤੇ ਕੁਝ ਝੁਕੀ ਹੋਈ ਸੀ। ਹੱਡ ਭੰਨ ਕੰਮ ਅਤੇ ਆਪਣੇ ਘਰ ਵਾਲੇ ਦੀਆਂ ਮਾਰਾਂ ਕਾਰਨ ਟੁੱਟੀ ਉਹਦੀ ਦੇਹ ਖਾਮੋਸ਼ ਅਤੇ ਜਰਾ ਕੁ ਇੱਕ ਪਾਸੇ ਹੋ ਕੇ ਟੁਰਦੀ, ਜਿਵੇਂ ਉਹਨੂੰ ਡਰ ਹੋਵੇ ਕਿ ਉਹ ਕਿਸੇ ਸ਼ੈ ਨਾਲ ਟਕਰਾ ਜਾਵੇਗੀ। ਉਹਦੇ ਅੰਡਾ ਹਾਰ, ਚੌੜੇ ਫੁੱਲੇ ਅਤੇ ਚੁਰੜਾਏ ਮੂੰਹ ਵਿੱਚ ਬਸਤੀ ਦੀਆਂ ਵਧੇਰੇ ਇਸਤਰੀਆਂ ਦੀਆਂ ਅੱਖਾਂ ਜਿਹੀਆਂ ਡਰ ਅਤੇ ਗਮ ਨਾਲ ਭਰੀਆਂ ਕਾਲੀਆਂ ਅੱਖਾਂ ਲਿਸ਼ਕਦੀਆਂ ਸਨ। ਉਹਦੇ ਸੱਜੇ ਪਰਵੱਟੇ ਉੱਤੇ ਇੱਕ ਡੂੰਘੇ ਫੱਟ ਦਾ ਨਿਸ਼ਾਨ ਸੀ, ਜਿਹੜਾ ਪਰਵੱਟੇ ਨੂੰ ਜਰਾ ਕੁ ਉੱਚਾ ਕਰ ਦਿੰਦਾ ਅਤੇ ਇਹ ਪ੍ਰਭਾਵ ਪੈਦਾ ਕਰਦਾ ਕਿ ਉਹਦਾ ਸੱਜਾ ਕੰਨ ਉਹਦੇ ਖੱਬੇ ਕੰਨ ਨਾਲੋਂ ਕੁਝ ਉੱਚਾ ਸੀ। ਇਹ ਗੱਲ ਉਹਦੇ ਮੂੰਹ ਉੱਤੇ ਅਜਿਹੇ ਮਨੁੱਖ ਦੀ ਦਿੱਖ ਪੈਦਾ ਕਰ ਦਿੰਦੀ ਜਿਹੜਾ ਚਿੰਤਾ ਕਾਰਨ ਸਦਾ ਹੀ ਚੁਕੰਨਾ ਸੀ। ਉਹਦੇ ਘਣੇ ਕਾਲੇ ਵਾਲਾਂ ਵਿੱਚ ਚਿੱਟੀਆਂ ਧਾਰੀਆਂ ਲਿਸ਼ਕਦੀਆਂ ਸਨ। ਉਹ ਤਾਂ ਨਿਰੋਲ ਨਰਮੀ ਤੇ ਗਮ ਅਤੇ ਤਾਬੇਦਾਰੀ ਸੀ। ਉਹਦੀਆਂ ਗੱਲਾਂ ਉੱਤੇ ਹੰਝੂ ਘਿਰ ਰਹੇ ਸਨ। ਰੋ ਨਾ, ਉਹਦੇ ਪੁੱਤਰ ਨੇ ਨਰਮੀ ਨਾਲ ਕਿਹਾ, ਮੈਨੂੰ ਕੁਝ ਪੀਣ ਨੂੰ ਦੇ, ਮੈਂ ਤੇਰੇ ਲਈ ਕੁਝ ਬਰਫ਼ ਦਾ ਪਾਣੀ ਲਿਆਉਂਦੀ ਹਾਂ। ਪਰ ਜਦੋਂ ਉਹ ਮੁੜੀ ਤਾਂ ਉਹ ਸੌਂ ਗਿਆ ਸੀ। ਉਹ 1 ਮਿੰਟ ਉਹਦੇ ਵੱਲ ਵੇਖਦੀ ਖੜੀ ਰਹੀ। ਉਹਦੇ ਹੱਥ ਵਿੱਚ ਫੜਿਆ ਭਬਕਾ ਕੰਬ ਰਿਹਾ ਸੀ ਅਤੇ ਬਰਫ਼ ਟੀਨ ਨਾਲ ਟਕਰਾਉਂਦੀ। ਉਹਨੇ ਇਹ ਮੇਜ਼ ਉੱਤੇ ਰੱਖ ਦਿੱਤਾ ਅਤੇ ਚੁੱਪਚਾਪ ਪਵਿੱਤਰ ਮੂਰਤਾਂ ਅੱਗੇ ਗੋਡਿਆਂ ਭਾਰ ਹੋ ਗਈ। ਬਾਹਰ ਸ਼ਰਾਬੀ ਜੀਵਨ ਦੀਆਂ ਆਵਾਜ਼ਾਂ ਬਾਰੀਆਂ ਨਾਲ ਟਕਰਾ ਰਹੀਆਂ ਸਨ। ਪਤਝੜ ਦੀ ਸ਼ਾਮ ਦੇ ਸਿੱਲੇ ਹਨੇਰੇ ਵਿੱਚ ਇੱਕ ਅਕਾਰਡੀਅਨ ਕਰੜਾ ਰਹੀ ਸੀ। ਪਰੜਾਈ ਆਵਾਜ਼ ਵਿੱਚ ਕੋਈ ਗਾ ਰਿਹਾ ਸੀ। ਕਿਸੇ ਹੋਰ ਨੇ ਗੰਦੀਆਂ ਗਾਲਾਂ ਦੀ ਪੂਰੀ ਲੜੀ ਛੱਡ ਦਿੱਤੀ। ਇਸਤਰੀਆਂ ਦੀਆਂ ਥੱਕੀਆਂ ਖਿੱਜੀਆਂ ਆਵਾਜ਼ਾਂ ਦਾ ਪਰੇਸ਼ਾਨ ਕਰਨ ਵਾਲਾ ਸ਼ੋਰ ਆ ਰਿਹਾ ਸੀ। ਉਸ ਤੋਂ ਪਿੱਛੋਂ ਵਲਾਸੋਵਾ ਦੇ ਨਿੱਕੇ ਮਕਾਨ ਵਿੱਚ ਜੀਵਨ ਵਧੇਰੇ ਸ਼ਾਂਤੀ ਤੇ ਖਾਮੋਸ਼ੀ ਨਾਲ ਅਤੇ ਹੋਰ ਮਕਾਨਾਂ ਤੋਂ ਕੁਝ ਵੱਖ ਤਰ੍ਹਾਂ ਵਹਿੰਦਾ ਰਿਹਾ। ਉਹਨਾਂ ਦਾ ਮਕਾਨ ਬਸਤੀ ਦੇ ਸਿਰੇ ਉੱਤੇ ਇੱਕ ਦੰਦੀਹਾਰ ਬੰਨ ਦੇ ਉੱਤੇ ਖੜਾ ਸੀ, ਜਿਹੜਾ ਬਹੁਤਾ ਉੱਚਾ ਨਹੀਂ ਸੀ ਅਤੇ ਜਿਸ ਤੋਂ ਅੱਗੇ ਜਿੱਲਣ ਸੀ। ਮਕਾਨ ਦੇ 1/3 ਹਿੱਸੇ ਵਿੱਚ ਰਸੋਈ ਅਤੇ ਇੱਕ ਵੱਖ ਕੀਤਾ ਕਮਰਾ ਸੀ, ਜਿਸ ਵਿੱਚ ਮਾਂ ਸੌਂਦੀ। ਬਾਕੀ 2/3 ਵਿੱਚ ਇੱਕ ਚੁਕੋਰ ਕਮਰਾ ਸੀ। ਇਸ ਵਿੱਚ 2 ਬਾਰੀਆਂ ਸਨ। ਇੱਕ ਨੁੱਕਰੇ ਪਾਵੇਲ ਦਾ ਮੰਜਾ ਸੀ ਅਤੇ ਦੂਜੀ ਵਿੱਚ ਇੱਕ ਮੇਜ਼ ਅਤੇ 2 ਬੈਂਚ। ਬਾਕੀ ਦਾ ਫਰਨੀਚਰ ਸੀ। ਕੁਝ ਕੁਰਸੀਆਂ, ਇੱਕ ਨਿੱਕੇ ਜਿਹੇ ਸ਼ੀਸ਼ੇ ਵਾਲੀ ਦਰਾਜ਼ਾਂ ਵਾਲੀ ਅਲਮਾਰੀ, ਇੱਕ ਟਰੰਕ ਜਿਸ ਵਿੱਚ ਕੱਪੜੇ ਸਨ, ਕੰਧ ਉੱਤੇ ਲੱਗਾ ਇੱਕ ਕਲੌਕ ਅਤੇ ਕੋਨੇ ਵਿੱਚ 2 ਆਈਕੌਨ। ਪਾਵੇਲ ਨੇ ਹਰ ਉਹ ਕੰਮ ਕੀਤਾ ਜਿਸ ਦੀ ਜਵਾਨਾਂ ਤੋਂ ਆਸ ਕੀਤੀ ਜਾਂਦੀ ਸੀ। ਉਹਨੇ ਇੱਕ ਅਕਾਰਡੀਅਨ, ਇੱਕ ਕਮੀਜ਼ ਜਿਸ ਦੇ ਸਾਹਮਣੇ ਪਾਸੇ ਨੂੰ ਕਲਫ ਲੱਗੀ ਹੋਈ ਸੀ, ਇੱਕ ਸ਼ੋਖ ਨੈਕਟਾਈ, ਗਾਲੋਸ਼ੇ ਅਤੇ ਇੱਕ ਬੈਂਤ ਖਰੀਦੇ। ਇਉਂ ਆਪਣੀ ਉਮਰ ਦੇ ਸਭਨਾ ਮੁੰਡਿਆਂ ਜਿਹਾ ਬਣ ਗਿਆ। ਉਹ ਸ਼ਾਮਾਂ ਨੂੰ ਪਾਰਟੀਆਂ ਵਿੱਚ ਜਾਂਦਾ ਅਤੇ ਉਹਨੇ ਕੁਆਰਡੀਅਲ ਅਤੇ ਪੋਲਕਾ ਨੱਚਣੇ ਸਿੱਖ ਲਏ ਅਤੇ ਐਤਵਾਰ ਨੂੰ ਉਹ ਸ਼ਰਾਬੀ ਹੋਇਆ ਘਰ ਮੁੜਦਾ। ਪਰ ਵੋਦਕਾ ਉਹਨੂੰ ਹਮੇਸ਼ਾ ਔਖਾ ਕਰਦੀ। ਸੋਮਵਾਰ ਸਵੇਰੇ ਉਹ ਜਾਗਦਾ ਤਾਂ ਉਹਦੇ ਸਿਰ ਵਿੱਚ ਪੀੜ ਹੁੰਦੀ ਅਤੇ ਉਹਦੀ ਛਾਤੀ ਸੜਦੀ। ਉਹਦਾ ਮੂੰਹ ਪੀਲਾ ਪਿਆ ਅਤੇ ਲੱਥਾ ਹੋਇਆ ਹੁੰਦਾ। ਕੱਲ ਰਾਤ ਖੂਬ ਮਜ਼ਾ ਰਿਹਾ, ਉਹਦੀ ਮਾਂ ਨੇ ਉਸ ਤੋਂ ਇੱਕ ਵਾਰ ਪੁੱਛਿਆ। ਹੱਦੋਂ ਭੈੜਾ, ਉਹਨੇ ਗਮਰੁੱਟ ਖਿੱਝ ਨਾਲ ਉੱਤਰ ਦਿੱਤਾ। ਅੱਗੋਂ ਤੋਂ ਮੈਂ ਮੱਛੀਆਂ ਫੜਨ ਜਾਵਾਂਗਾ ਜਾਂ ਸ਼ਾਇਦ ਮੈਂ ਬੰਦੂਕ ਖਰੀਦਾਂਗਾ ਅਤੇ ਸ਼ਿਕਾਰ ਖੇਡਣ ਜਾਵਾਂ। ਉਹ ਮਿਹਨਤ ਨਾਲ ਕੰਮ ਕਰਦਾ, ਇੱਕ ਵੀ ਦਿਨ ਖੁਝਾਏ ਜਾਂ ਦੇਰ ਹੋ ਜਾਣ ਕਾਰਨ ਜੁਰਮਾਨਾ ਹੋਏ ਬਿਨਾਂ। ਉਹ ਚਪੀਤਾ ਮੁੰਡਾ ਸੀ ਅਤੇ ਉਹਦੀਆਂ ਨੀਲੀਆਂ ਅੱਖਾਂ ਵਿੱਚ, ਜਿਹੜੀਆਂ ਉਹਦੀ ਮਾਂ ਦੀਆਂ ਅੱਖਾਂ ਜਿੰਨੀਆਂ ਹੀ ਵੱਡੀਆਂ ਸਨ, ਬੇਚੈਨੀ ਸੀ। ਉਹਨੇ ਬੰਦੂਕ ਨਾ ਖਰੀਦੀ ਅਤੇ ਨਾ ਹੀ ਮੱਛੀਆਂ ਫੜਨ ਗਿਆ, ਪਰ ਛੇਤੀ ਹੀ ਇਹ ਗੱਲ ਸਾਫ਼ ਹੋ ਗਈ ਕਿ ਉਹ ਉਸ ਰਾਹ ਤੋਂ ਇੱਕ ਪਾਸੇ ਜਾਣ ਲੱਗ ਪਿਆ ਹੈ ਜਿਸ ਉੱਤੇ ਸਾਰੇ ਚੱਲਦੇ ਸਨ। ਹੁਣ ਉਹ ਪਾਰਟੀਆਂ ਤੇ ਘੱਟ ਹੀ ਜਾਂਦਾ ਤੇ ਭਾਵੇਂ ਐਤਵਾਰਾਂ ਨੂੰ ਉਹ ਗਾਇਬ ਹੋ ਜਾਂਦਾ, ਪਰ ਉਹ ਬਿਨਾਂ ਪੀਤੇ ਵਾਪਸ ਆਉਂਦਾ। ਉਹਦੀ ਮਾਂ ਦੀ ਤਿੱਖੀ ਅੱਖ ਨੇ ਵੇਖ ਲਿਆ ਸੀ ਕਿ ਉਹਦੇ ਪੁੱਤਰ ਦਾ ਮੂੰਹ ਵਧੇਰੇ ਪਤਲਾ ਹੋ ਗਿਆ ਹੈ, ਉਹਦੀਆਂ ਅੱਖਾਂ ਵਧੇਰੇ ਗੰਭੀਰ ਹਨ ਅਤੇ ਉਹਦੇ ਬੁੱਲ੍ਹ ਇੱਕ ਕੱਸੀ ਕਰੜੀ ਲਕੀਰ ਵਿੱਚ ਪਿੱਛੇ ਹੋਏ ਹਨ।
ਉਹ ਜ਼ਰੂਰ ਹੀ ਕੋਈ ਗੱਲ ਦਿਲ ਵਿੱਚ ਰੱਖ ਰਿਹਾ ਸੀ ਜਾਂ ਕੋਈ ਬਿਮਾਰੀ ਉਹਨੂੰ ਖਾਈ ਜਾ ਰਹੀ ਸੀ। ਪਹਿਲਾਂ ਉਹਦੇ ਮਿੱਤਰ ਉਹਨੂੰ ਮਿਲਣ ਆ ਜਾਂਦੇ ਸਨ, ਹੁਣ ਕਿਉਂਕਿ ਉਹ ਕਦੀ ਕਦਾਈ ਹੀ ਘਰੇ ਮਿਲਦਾ, ਉਹਨਾਂ ਆਉਣਾ ਬੰਦ ਕਰ ਦਿੱਤਾ ਸੀ। ਉਹਦੀ ਮਾਂ ਖੁਸ਼ ਸੀ ਕਿ ਉਹਦਾ ਪੁੱਤਰ ਕਾਰਖਾਨੇ ਦੇ ਹੋਰਨਾਂ ਜਵਾਨ ਲੋਕਾਂ ਜਿਹਾ ਨਹੀਂ, ਪਰ ਜਦੋਂ ਉਹ ਆਮ ਜੀਵਨ ਦੇ ਕਾਲੇ ਧਾਰੇ ਤੋਂ ਆਪਣਾ ਵੱਖਰਾ ਰਾਹ ਉਲੀਕਣ ਦੇ ਉਹਦੇ ਸਿਰੜੀ ਯਤਨਾਂ ਨੂੰ ਦੇਖਦੀ ਤਾਂ ਉਹਦੇ ਦਿਲ ਵਿੱਚ ਅਸਪਸ਼ਟ ਜਿਹੇ ਤੌਖਲੇ ਉਗਮਣ ਲੱਗ ਪੈਂਦੇ। ਪੱਕੀ ਗੱਲ ਹੈ ਤੂੰ ਵਾਲੇ ਪਾਸ਼ਾ? ਉਹ ਕਈ ਵਾਰ ਉਸ ਤੋਂ ਪੁੱਛਦੀ। ਹਾਂ ਬਿਲਕੁਲ, ਉਹ ਜਵਾਬ ਦਿੰਦਾ। ਤੂੰ ਕਿੰਨਾ ਪਤਲਾ ਏ? ਉਹ ਹੌਂਕਾ ਭਰ ਕੇ ਕਹਿੰਦੀ। ਉਹ ਕਿਤਾਬਾਂ ਘਰ ਲਿਆਉਣ ਲੱਗ ਪਿਆ। ਉਹਨਾਂ ਨੂੰ ਉਹ ਚੋਰੀ ਚੋਰੀ ਪੜ੍ਹਦਾ ਅਤੇ ਜਦੋਂ ਮੁਕਾ ਲੈਂਦਾ ਤਾਂ ਲੁਕਾ ਦਿੰਦਾ। ਕਈ ਵਾਰ ਉਹ ਕੋਈ ਹਿੱਸਾ ਨਕਲ ਕਰ ਲੈਂਦਾ ਅਤੇ ਕਾਗਜ਼ ਲੁਕਾ ਦਿੰਦਾ। ਉਹ ਇੱਕ ਦੂਜੇ ਨੂੰ ਬਹੁਤ ਘੱਟ ਮਿਲਦੇ ਅਤੇ ਆਪਸ ਵਿੱਚ ਗੱਲਬਾਤ ਲਗਭਗ ਉੱਕਾ ਹੀ ਨਾ ਕਰਦੇ। ਸਵੇਰੇ ਉਹ ਚੁੱਪਚਾਪ ਚਾਹ ਪੀਂਦਾ ਤੇ ਸਿੱਧਾ ਕੰਮ ਤੇ ਚਲਾ ਜਾਂਦਾ। ਦੁਪਹਿਰੇ ਉਹ ਖਾਣਾ ਖਾਣ ਆਉਂਦਾ। ਖਾਣੇ ਦੀ ਮੇਜ਼ ਉੱਤੇ ਅੱਤ ਅੰਤ ਫੁਟਕਲ ਗੱਲਬਾਤ ਹੁੰਦੀ ਅਤੇ ਜਿਉਂ ਹੀ ਉਹ ਖਾਣਾ ਖਤਮ ਕਰਦਾ ਉਹ ਫਿਰ ਸ਼ਾਮ ਤੱਕ ਗਾਇਬ ਹੋ ਜਾਂਦਾ। ਸ਼ਾਮੀ ਉਹ ਮੂੰਹ ਹੱਥ ਧੋਂਦਾ, ਖਾਣਾ ਖਾਂਦਾ ਤੇ ਕਿਤਾਬ ਲੈ ਕੇ ਬਹਿ ਜਾਂਦਾ। ਐਤਵਾਰਾਂ ਨੂੰ ਉਹ ਸਵੇਰੇ ਘਰੋਂ ਚਲਾ ਜਾਂਦਾ ਅਤੇ ਬਹੁਤ ਰਾਤ ਗਏ ਹੀ ਵਾਪਸ ਆਉਂਦਾ। ਉਹ ਜਾਣਦੀ ਸੀ ਕਿ ਉਹ ਸ਼ਹਿਰ ਜਾਂਦਾ ਹੈ ਅਤੇ ਕਦੀ-ਕਦੀ ਥੀਏਟਰ ਵੇਖਣ ਜਾਂਦਾ ਹੈ, ਪਰ ਸ਼ਹਿਰੋਂ ਉਹਨੂੰ ਕੋਈ ਮਿਲਣ ਨਾ ਆਉਂਦਾ। ਉਹਨੂੰ ਜਾਪਦਾ ਸੀ ਕਿ ਉਹਦਾ ਬੋਲਣਾ ਘਟਦਾ ਹੀ ਜਾ ਰਿਹਾ ਹੈ, ਪਰ ਇਹਦੇ ਨਾਲ ਹੀ ਉਹਨੇ ਵੇਖਿਆ ਕਿ ਉਹ ਨਵੇਂ ਸ਼ਬਦ ਵਰਤਦਾ ਹੈ ਜਿਹੜੇ ਉਹ ਸਮਝ ਨਹੀਂ ਸੀ ਸਕਦੀ ਅਤੇ ਪਹਿਲਾਂ ਜਿਹੜੇ ਖਰਵੇਂ ਸ਼ਬਦ ਉਹ ਵਰਤਦਾ ਸੀ ਉਹਦੀਆਂ ਗੱਲਾਂ ਵਿੱਚੋਂ ਉਹ ਅਲੋਪ ਹੋ ਗਏ ਹਨ। ਉਹਦੇ ਵਤੀਰੇ ਦੇ ਅਨੇਕ ਨਵੇਂ ਵੇਰਵੇ ਉਹਦਾ ਧਿਆਨ ਖਿੱਚਦੇ। ਉਹਨੇ ਸ਼ੂਕਿਆਂ ਵਾਂਗ ਕੱਪੜੇ ਪਾਉਣੇ ਛੱਡ ਦਿੱਤੇ ਅਤੇ ਆਪਣੀ ਦੇਹ ਅਤੇ ਆਪਣੇ ਕੱਪੜਿਆਂ ਦੀ ਸਫਾਈ ਵੱਲ ਵਧੇਰੇ ਧਿਆਨ ਦੇਣ ਲੱਗ ਪਿਆ। ਉਹਦੀਆਂ ਹਰਕਤਾਂ ਵਧੇਰੇ ਸ਼ੋਲੀਆਂ ਹੋ ਗਈਆਂ ਅਤੇ ਉਹਦਾ ਆਚਾਰ ਵਧੇਰੇ ਸਾਦਾ ਅਤੇ ਘੱਟ ਖਰਵਾ ਹੋ ਗਿਆ। ਉਹ ਇੰਨਾ ਸਮਝੋ ਬਾਹਰੀਆਂ ਤਬਦੀਲੀਆਂ ਕਾਰਨ ਪਰੇਸ਼ਾਨ ਸੀ। ਮਾਂ ਵੱਲ ਵੀ ਉਹਦਾ ਵਤੀਰਾ ਹੋਰ ਤਰ੍ਹਾਂ ਦਾ ਹੋ ਗਿਆ। ਕਈ ਵਾਰ ਉਹ ਝਾੜੂ ਫੇਰ ਦਿੰਦਾ, ਐਤਵਾਰ ਨੂੰ ਆਪਣਾ ਬਿਸਤਰਾ ਆਪ ਸਾਂਭਦਾ ਤੇ ਹਰ ਤਰ੍ਹਾਂ ਉਹਦੇ ਕੰਮ ਵਿੱਚ ਉਹਦਾ ਹੱਥ ਵਟਾਉਣ ਦਾ ਯਤਨ ਕਰਦਾ। ਬਸਤੀ ਵਿੱਚ ਹੋਰ ਕੋਈ ਕਦੀ ਅਜਿਹਾ ਨਹੀਂ ਸੀ ਕਰਦਾ। ਇੱਕ ਦਿਨ ਉਹ ਇੱਕ ਤਸਵੀਰ ਲਿਆਇਆ ਤੇ ਕੰਧ ਉੱਤੇ ਲਟਕਾ ਦਿੱਤੀ। ਇਸ ਵਿੱਚ ਸੜਕ ਉੱਤੇ ਹੌਲੇ ਪੈਰੀ ਅਤੇ ਖੁਸ਼-ਖੁਸ਼ ਟੁਰਦੇ ਜਾਂਦੇ 3 ਬੰਦੇ ਗੱਲਬਾਤ ਵਿੱਚ ਮਗਨ ਵਿਖਾਈ ਗਏ ਸਨ। ਇਹ ਕਬਰ ਵਿੱਚੋਂ ਉੱਠਿਆ ਈਸਾ ਮਸੀਹ ਐਮਾਊਸ ਜਾ ਰਿਹਾ ਹੈ, ਪਾਵੇਲ ਨੇ ਦੱਸਿਆ। ਤਸਵੀਰ ਵੇਖ ਕੇ ਉਹਦੀ ਮਾਂ ਖੁਸ਼ ਹੋਈ, ਪਰ ਉਹਨੇ ਸੋਚਿਆ ਜੇ ਉਹਨੂੰ ਈਸਾ ਮਸੀਹ ਨਾਲ ਇੰਨਾ ਪਿਆਰ ਹੈ ਤਾਂ ਉਹ ਗਿਰਜੇ ਕਿਉਂ ਨਹੀਂ ਜਾਂਦਾ। ਪਾਵੇਲ ਦੇ ਇੱਕ ਮਿੱਤਰ ਤਰਖਾਨ ਦੇ ਲਾਏ ਸੋਹਣੇ ਫੱਟਿਆਂ ਉੱਤੇ ਕਿਤਾਬਾਂ ਦੀ ਗਿਣਤੀ ਵੱਧਦੀ ਗਈ। ਉਹ ਕਮਰਾ ਨਿੱਘਾ ਲੱਗਣ ਲੱਗ ਪਿਆ ਸੀ। ਉਹ ਆਮ ਤੌਰ ਤੇ ਉਹਨੂੰ ਮਾਂ ਕਹਿ ਕੇ ਸੱਦਦਾ, ਪਰ ਕਦੀ-ਕਦੀ ਉਹ ਉਹਦੇ ਨਾਲ ਵਧੇਰੇ ਪਿਆਰ ਨਾਲ ਗੱਲ ਕਰਦਾ। ਅੰਮੀ, ਮੇਰੀ ਚਿੰਤਾ ਨਾ ਕਰੀ, ਮੈਂ ਰਾਤੀ ਦੇਰ ਨਾਲ ਘਰ ਆਵਾਂਗਾ। ਉਹਨੂੰ ਇਹ ਗੱਲ ਚੰਗੀ ਲੱਗਦੀ। ਉਹਨੂੰ ਉਹਦੇ ਬੋਲਾਂ ਵਿੱਚ ਕੁਝ ਤਕੜਾ ਅਤੇ ਗੰਭੀਰ ਜਾਪਦਾ, ਪਰ ਉਹਦੇ ਤੌਖਲੇ ਵੱਧ ਗਏ। ਉਹਨਾਂ ਦਾ ਕਾਰਨ ਕੋਈ ਵਧੇਰੇ ਸਪਸ਼ਟ ਨਾ ਹੋਇਆ, ਪਰ ਕਿਸੇ ਅਸਾਧਾਰਨ ਗੱਲ ਕਾਰਨ ਉਹਦਾ ਮਨ ਸਦਾ ਵਧੇਰੇ ਭਾਰਾ ਰਹਿਣ ਲੱਗ ਪਿਆ। ਕਈ ਵਾਰ ਉਹਨੂੰ ਆਪਣੇ ਪੁੱਤਰ ਉੱਤੇ ਚਿੜ ਆਉਂਦੀ ਅਤੇ ਉਦੋਂ ਉਹ ਸੋਚਦੀ, ਉਹ ਬਾਕੀ ਲੋਕਾਂ ਜਿਹਾ ਵਿਹਾਰ ਕਿਉਂ ਨਹੀਂ ਕਰਦਾ। ਉਹ ਤਾਂ ਕਿਸੇ ਵਿਰਕਤ ਵਾਂਗ ਏ, ਕਿੰਨਾ ਗੰਭੀਰ। ਇਹ ਗੱਲ ਉਹਦੀ ਉਮਰ ਨੂੰ ਸ਼ੋਭਦੀ ਨਹੀਂ। ਤੇ ਫਿਰ ਉਹ ਸੋਚਦੀ, ਸ਼ਾਇਦ ਉਹਦੀ ਕਿਸੇ ਕੁੜੀ ਨਾਲ ਗੱਲ ਬਣ ਗਈ ਹੈ। ਪਰ ਕਿਸੇ ਕੁੜੀ ਨਾਲ ਗੱਲ ਬਣਨ ਲਈ ਪੈਸਿਆਂ ਦੀ ਲੋੜ ਹੁੰਦੀ ਹੈ ਤੇ ਉਹ ਉਹਨੂੰ ਲਗਭਗ ਆਪਣੀ ਸਾਰੀ ਉਜਰਤ ਦੇ ਦਿੰਦਾ ਸੀ। ਅਤੇ ਇਉਂ ਹਫ਼ਤੇ ਅਤੇ ਮਹੀਨੇ ਲੰਘਦੇ ਗਏ, ਇੱਥੋਂ ਤੱਕ ਕਿ ਅਚੇਤ ਹੀ 2 ਵਰ੍ਹੇ ਲੰਘ ਗਏ। ਧੁੰਦਲੇ ਵਿਚਾਰਾਂ ਅਤੇ ਵੱਧਦੇ ਤੌਖਲਿਆਂ ਨਾਲ ਭਰੇ ਅਜੀਬ ਚੁੱਪ ਜੀਵਨ ਦੇ 2 ਵਰ੍ਹੇ।